ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦਾ ਪਾਵਨ ਸ਼ਬਦ 73 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਕੱਲ ਦੁਪਹਿਰ ਦੇ ਸਮੇਂ ਤੇ 3 ਸ਼ਬਦ ਹੋਏ ਸਨ। ਸੋ ਆਓ ਸਤਿਗੁਰੂ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੋ ਇਹ ਸ਼ਬਦ ਦਾ ਉਚਾਰਨਾ ਉਦੋਂ ਹੋਇਆ ਜਦੋਂ ਇੱਕ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛਿੰਝ ਪਈ। ਉਸ ਵਕਤ ਬੇਨਤੀ ਕੀਤੀ ਕਈਆਂ ਨੇ ਕਿ ਆਪਾਂ ਨੂੰ ਵੀ ਛਿੰਝ ਦੇਖਣ ਜਾਣਾ ਚਾਹੀਦਾ। ਭਾਵ ਮੱਲਾਂ ਦੀਆਂ ਕੁਸ਼ਤੀਆਂ ਹੋਈਆਂ। ਪੁਰਾਣੇ ਸਮੇਂ ਦੀਆਂ ਖੇਡਾਂ ਬਹੁਤ ਪ੍ਰਚਲਿਤ ਖੇਡਾਂ ਸਨ। ਬੜੇ ਸ਼ੌਂਕ ਨਾਲ ਦੁਨੀਆ ਦੇਖਣ ਜਾਂਦੀ ਸੀ। ਸੋ ਉਸ ਵਕਤ ਮਹਾਰਾਜ ਕੋਲ ਬੇਨਤੀ ਕੀਤੀ ਕਿ ਛਿੰਝ ਸਾਰਿਆਂ ਨੇ ਦੇਖਣੀ ਹੈ, ਆਪ ਜੀ ਵੀ ਚੱਲੋ। ਬਹੁਤ ਭਾਰੀ ਇਕੱਠ ਹੈ, ਬੜੇ ਮੱਲ ਘੁਲਣ ਵਾਸਤੇ ਆਏ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਛਿੰਝ ਤਾਂ ਹਰ ਰੋਜ਼ ਹੀ ਪੈਂਦੀ ਹੈ, ਮੱਲਾਂ ਦਾ ਅਖਾੜਾ ਤਾਂ ਬਣਿਆ ਹੀ ਹੋਇਆ। ਮੱਲ ਜਿੱਤਦੇ ਨੇ, ਮੱਲ ਹਾਰਦੇ ਨੇ। ਗੁਰਸਿੱਖ ਕਹਿਣ ਲੱਗੇ ਮਹਾਰਾਜ ਛਿੰਝ ਰੋਜ਼ ਕਿੱਥੇ ਪੈਂਦੀ ਹੈ। ਸਤਿਗੁਰੂ ਕਹਿਣ ਲੱਗੇ ਜਿਹੜੀ ਛਿੰਝ ਵਾਹਿਗੁਰੂ ਨੇ ਪਾਈ ਹੈ ਅਸੀਂ ਉਹ ਛਿੰਝ ਦੇਖ ਰਹੇ ਹਾਂ। ਤੁਸੀਂ ਵੀ ਉਸੇ ਛਿੰਝ ਨੂੰ ਹਰ ਵਕਤ ਦੇਖਣਾ ਕਰੋ। ਇਹ ਸੰਸਾਰੀ ਛਿੰਝ ਹੈ, ਘੜੀ ਦਾ ਤਮਾਸ਼ਾ ਹੈ, ਪਰ ਉਹ ਛਿੰਝ ਹਮੇਸ਼ਾ ਹੀ ਪਰਮੇਸ਼ਰ ਦੀ ਬਣੀ ਰਹਿੰਦੀ ਹੈ ਜਿਹਦੇ ਨਾਲ ਜੀਵ ਦਾ ਭਲਾ ਹੁੰਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਪਹਿਲੀਆਂ 2 ਤੁਕਾਂ ਰਹਾਉ ਦੀਆਂ ਹਨ। ਪੈ ਪਾਏ ਮਨਾਈ ਸੋਏ ਜੀਓ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਸੋਏ ਜੀਓ। ਸੋ ਮਨੀਕ ਉਹ ਜੋ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਉਹਨਾਂ ਦੇ ਪੈ ਤੋਂ ਭਾਵ ਚਰਨੀ ਆਪਣੇ ਆਪ ਨੂੰ ਪਾ ਕੇ ਮੈਂ ਤਾਂ ਉਹਨਾਂ ਨੂੰ ਹੀ ਮਨਾਉਂਦਾ ਹਾਂ। ਅਥਵਾ ਜੀਵ ਰੂਪ ਇਸਤਰੀ ਹੋਣ ਕਰਕੇ ਕਹਿੰਦੇ ਮੈਂ ਤਾਂ ਉਹਨਾਂ ਨੂੰ ਹੀ ਮਨਾਉਂਦੀ ਹਾਂ। ਪੈ ਪਾਏ ਮਨਾਈ ਸੋਏ ਜੀਓ। ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜੇ ਅਵਰ ਨਾ ਕੋਇ ਜੀਉ ਰਹਾਉ। ਸਤਿਗੁਰਾਂ ਨੇ ਅਕਾਲ ਪੁਰਖ ਨਾਲ ਮਿਲਾ ਦਿੱਤਾ ਸਾਨੂੰ। ਇਸ ਕਰਕੇ ਜੀਉ ਤੋਂ ਭਾਵ ਹੈ ਭਾਈ ਸਾਡੇ ਗੁਰਾਂ ਜਿੱਡਾ ਵੱਡਾ ਹੋਰ ਕੌਣ ਹੈ। ਜਿਨ੍ਹਾਂ ਸਤਿਗੁਰਾਂ ਨੇ ਅਕਾਲ ਪੁਰਖ ਦੇ ਨਾਲ ਸਾਨੂੰ ਮਿਲਾਇਆ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਥਾਹੁ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਹਿ ਪਰਵਾਰਿਆ। ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ। ਇਸ ਕਰਕੇ ਸਾਰਾ ਕੁਝ ਤੁਸੀਂ ਆਪ ਹੋ। ਨਾਨਕ ਤੂੰ ਲਹਿਣਾ ਤੋਂ ਗੁਰ ਅੰਗਦ ਤੂੰ ਵਿਚਾਰ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਇਸ ਕਰਕੇ ਅਸੀਂ ਤਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਹੀ ਸਭ ਤੋਂ ਵੱਡਾ ਮੰਨਿਆ। ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ ਰਹਾਓ ਤੋਂ ਭਾਵ ਵਿਸ਼ਰਾਮ
ਸਨਾਬੀ ਟੀਕਾ ਸ਼ਬਦ ਦਾ ਮੁੱਖ ਪ੍ਰਯੋਜਨ। ਗੋਸਾਈ ਮਹਿੰਡਾ ਇਠੜਾ ਅੰਮ ਅੱਬੇ ਥਾਵਹੋ ਮਿੱਠੜਾ। ਗੱਗੇ ਨੂੰ ਹੋੜਾ ਹੋਣ ਕਰਕੇ ਗੋਸਾਈ, ਜੇ ਔਂਕੜ ਹੁੰਦਾ ਤਾਂ ਗੁਸਾਈ ਛੇਤੀ ਬੋਲਿਆ ਜਾਣਾ ਸੀ। ਗੋ ਨਾਮ ਧਰਤੀ ਦਾ ਹੈ, ਸਾਈ ਨਾਮ ਮਾਲਕ ਦਾ। ਗੋ ਅੱਖਰ ਜਿੱਥੇ ਵੀ ਆ ਗਿਆ, ਗੋ ਪਾਲ, ਗੋ ਨਾਮ ਧਰਤੀ ਦਾ, ਪਾਲ ਨਾਮ ਪਾਲਣਾ ਕਰਨ ਵਾਲਾ। ਸੋ ਮਹਾਰਾਜ ਫਰਮਾਉਂਦੇ ਨੇ ਜੋ ਪ੍ਰਿਥਵੀ ਦਾ ਮਾਲਕ ਅਥਵਾ ਸਾਰੀਆਂ ਧਰਤੀਆਂ ਦਾ ਮਾਲਕ ਵਾਹਿਗੁਰੂ ਹੈ, ਮਹਿੰਡਾ ਤੋਂ ਭਾਵ ਮੇਰਾ, ਉਹ ਇਠੜਾ ਹੁੰਦਾ ਪਿਆਰਾ। ਇਠੜਾ ਜਿਵੇਂ ਇਸ਼ਟ ਹੁੰਦਾ ਅੱਖਰ, ਇਸ਼ਟ ਨਾਮ ਪਿਆਰਾ ਮੇਰਾ, ਇਠੜਾ ਨਾਮ ਪਿਆਰਾ ਹੈ ਮੇਰਾ। ਅੰਮ ਹੁੰਦੀ ਹੈ ਮਾਂ ਤੇ ਅੱਬੇ ਹੁੰਦੇ ਨੇ ਪਿਓ। ਮਹਾਰਾਜ ਕਹਿੰਦੇ ਅੰਮ ਅੱਬੇ ਥਾਵਹੋ ਮਿੱਠੜਾ। ਮਾਂ ਅਤੇ ਪਿਤਾ ਨਾਲੋਂ ਵੀ, ਉਹਨਾਂ ਦੇ ਥਾਂ, ਉਹਨਾਂ ਨਾਲੋਂ ਵੀ ਮਿੱਠੜਾ ਪਿਆਰਾ ਲੱਗ ਰਿਹਾ ਮੈਨੂੰ ਵਾਹਿਗੁਰੂ ਪਰਮਾਤਮਾ। ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਇ ਜੀਓ। ਇਸ ਸੰਸਾਰ ਦੇ ਭੈਣ ਭਰਾ ਕੀ ਚੀਜ਼ ਨੇ? ਮਹਾਰਾਜ ਕਹਿੰਦੇ ਨੇ ਦੇਖਿਆ ਹੀ ਹੈ ਭਰਾ ਪਿਰਥੀਆ ਕਿੰਨਾ ਰੌਲਾ ਪਾਉਂਦਾ। ਮਹਾਦੇਵ ਜੀ ਵੈਸੇ ਹੀ ਅਵਧੂਤ ਨੇ। ਸੋ ਇਸ ਕਰਕੇ ਪ੍ਰਮਾਤਮਾ ਹੀ ਭੈਣ ਭਰਾ ਤੇ ਸਾਰੇ ਸੱਜਣਾਂ ਵਿੱਚੋਂ ਮੈਨੂੰ ਆਪ ਜੀ ਵਰਗਾ ਕੋਈ ਨਜ਼ਰ ਨਹੀਂ ਆਇਆ। ਤੁਸੀਂ ਉਹੀ ਭੈਣ ਭਰਾ ਹੋ, ਤੁਸੀਂ ਉਹੀ ਮਾਤਾ ਪਿਤਾ ਹੋ। ਤੇਰਾ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੋ ਆਇਆ। ਇਹ ਵਾਹਿਗੁਰੂ ਆਪ ਦੇ ਹੁਕਮ ਵਿੱਚ ਹੀ ਪ੍ਰੇਮ ਰੂਪ ਮਨੁੱਖਾ ਜਨਮ ਰੂਪ ਸਾਉਣ ਦਾ ਮਹੀਨਾ ਆ ਕੇ ਪ੍ਰਾਪਤ ਹੋਇਆ। ਸੋ ਇਸ ਮਨੁੱਖਾ ਦੇ ਰੂਪ ਸਾਉਣ ਵਿਖੇ ਮੈਂ ਸਤ ਦਾ ਨਿਸ਼ਚੇ ਕਰਨੇ ਰੂਪ ਹਾਲ ਜੋੜਨਾ ਕੀਤਾ, ਕਿਉਂਕਿ ਸਾਉਣ ਦੇ ਮਹੀਨੇ ਵਿੱਚ ਤੀਆਂ ਆਦਿਕ ਦਾ ਲੱਗਣਾ, ਛਿੰਝ ਪੈਣੀ, ਲੋਕਾਂ ਨੇ ਜਾਣਾ, ਮੇਲੇ ਲੱਗਣੇ। ਸੋ ਇਸ ਤਰ੍ਹਾਂ ਕਰਕੇ ਤਾਈਓ ਸਤਿਗੁਰੂ ਨੇ ਉਹ ਅਲੰਕਾਰ ਬਣਾਇਆ ਹੈ ਕਿ ਤੇਰਾ ਹੁਕਮੇ ਸਾਵਣ ਆਇਆ। ਤੇਰੇ ਹੁਕਮ ਦੇ ਵਿੱਚ ਜਾਂ ਪ੍ਰੇਮ ਰੂਪ ਮਨੁੱਖਾ ਜਨਮ ਸਾਉਣ ਦਾ ਮਹੀਨਾ ਮਿਲਿਆ। ਅਸਲ ਵਿੱਚ ਮਨੁੱਖਾ ਜਨਮ ਹੀ ਸਾਉਣ ਦਾ ਮਹੀਨਾ ਹੈ। ਇਹਦੇ ਵਿੱਚ ਜਿਹੜਾ ਮੈਂ ਹਾਲ ਚਲਾਇਆ ਹੈ ਮਨੁੱਖਾ ਰੂਪੀ ਦੇਹ ਦੇ ਵਿੱਚ ਅਥਵਾ ਦੇਹ ਰੂਪ ਸਾਉਣ ਦੇ ਮਹੀਨੇ 'ਚ ਮੈਂ ਸਤ ਦਾ, ਜੋ ਸਤ ਪ੍ਰਮਾਤਮਾ ਹੈ ਉਹਦਾ ਨਿਸ਼ਚਾ ਕਰਨ ਰੂਪ ਹਾਲ ਚਲਾਇਆ, ਅਥਵਾ ਸਤ ਸੱਚ ਪ੍ਰਤੱਗੀ ਹੋਣਾ, ਸੱਚ ਬੋਲਣ ਦਾ ਹਾਲ ਚਲਾਇਆ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। हे ਵਾਹਿਗੁਰੂ ਤੇਰੀ ਆਸਾ ਕਰਕੇ ਬੁੱਧੀ ਰੂਪ ਜ਼ਮੀਨ ਵਿੱਚ ਨਾਮ ਰੂਪ ਬੀਜ ਨੂੰ ਬੀਜਣ ਲੱਗਿਆ ਹਾਂ। हे ਹਰਿ ਜੀਓ ਆਪਣੀ ਬਖਸ਼ਿਸ਼ ਰੂਪੀ ਬੋਹਲ ਨੂੰ ਤੁਸੀਂ ਆਪ ਹੀ ਕਿਰਪਾ ਕਰਕੇ ਜਮਾਉਣਾ ਹੈ, ਪੈਦਾ ਕਰਨਾ ਹੈ, ਅੰਕੁਰ ਫੁਟਾਉਣਾ ਹੈ। ਹਉ ਗੁਰ ਮਿਲੇ ਇੱਕ ਪਛਾਣਦਾ, ਦੁਈਆ ਕਾਗਲ ਚਿੱਤ ਨਾ ਜਾਣਦਾ। ਮੈਂ ਸਤਿਗੁਰੂ ਨਾਲ ਮਿਲ ਕੇ ਇੱਕ ਆਪ ਜੀ ਦੇ ਨਾਮ ਦਾ ਚਿੰਤਨ ਕਰਨਾ ਪਛਾਣਦਾ। ਨਾਮ ਤੋਂ ਬਿਨਾਂ ਦੂਜੇ ਕਾਗਲ ਹੁੰਦਾ, ਕਾਗਜ਼ ਚਿੱਤਰ ਨੇ, ਮੈਂ ਨਹੀਂ ਜਾਣਦਾ। ਦੂਜਾ ਕਾਗਲ ਹੁੰਦਾ, ਦੂਜਾ ਤੋਂ ਭਾਵ ਦਵੈਤ। ਦਵੈਤ ਦੀ ਕਾ ਗੱਲ ਭਾਵ ਕੋਈ ਗੱਲ ਵੀ ਮੈਂ ਨਹੀਂ ਜਾਣਦਾ। ਹਰ ਇੱਕ ਤੈ ਕਾਰੈ ਲਾਇਓ ਨ, ਜਿਉ ਭਾਵੈ ਤਿਵੈ ਨਿਭਾਹੇ ਜੀਓ। हे ਹਰੀ ਪਰਮੇਸ਼ਰ ਜੀ ਤੁਸੀਂ ਮੈਨੂੰ ਇੱਕ ਭਗਤੀ ਰੂਪ ਕੰਮ ਦੇ ਵਿੱਚ ਲਾਇਆ, ਕਾਰ ਵਿੱਚ ਲਾਇਆ, ਸਾਨੂੰ ਲਗਾਉਣਾ ਕੀਤਾ ਹੈ। ਹੁਣ ਜਿਵੇਂ ਆਪ ਜੀ ਨੂੰ ਭਾਵੇ ਉਸੇ ਪ੍ਰਕਾਰ ਮੈਂ ਜੀਵ ਦਾ ਕੰਮ ਕਿਰਪਾ ਕਰਕੇ ਸਿਰੇ ਚੜ੍ਹਾ ਦਿਓ, ਮੇਰੇ ਤੇ ਮਿਹਰ ਕਰ ਦਿਓ।
ਆਪਾਂ ਨੇ ਬੇਨਤੀ ਇਸ ਤਰ੍ਹਾਂ ਕਰਨੀ, ਆਪਾਂ ਨੂੰ ਜਾਚ ਦੱਸ ਰਹੇ ਨੇ ਕਿ ਸਾਡੇ ਉੱਤੇ ਕਿਰਪਾ ਕਰ ਦਿਓ, ਜਿਵੇਂ ਮਰਜ਼ੀ ਸਿਰੇ ਚੜ੍ਹਾ ਦਿਓ। ਤੁਸੀਂ ਭੋਗਿਓ ਪੁੰਚੋ ਭਾਈ ਹੋ, ਗੁਰ ਦੀ ਬਾਣ ਕਵਾਏ ਪੈ ਨਾਈਓ। ਮਹਾਰਾਜ ਫਰਮਾਉਂਦੇ ਨੇ, ਇਹ ਭਾਈਓ, ਇਹ ਸਾਧ ਸੰਗਤ, ਗੁਰਸਿੱਖੋ ਪਿਆਰਿਓ, ਤੁਸੀਂ ਨਾਮ ਰੂਪ ਭੋਜਨ ਨੂੰ ਆਪ ਛਕੋ, ਭਾਵ ਜਪਣਾ ਕਰੋ ਅਤੇ ਹੋਰਨਾਂ ਨੂੰ ਛਕਾਓ, ਹੋਰਨਾਂ ਨੂੰ ਜਪਾਓ। ਸਤਿਗੁਰੂ ਜੀ ਨੇ ਸਤਸੰਗ ਰੂਪੀ ਦੀ ਬਾਣ ਤੋਂ ਭਾਵ ਸਭਾ ਵਿੱਚ ਲਿਜਾ ਕੇ ਭਗਤੀ ਰੂਪੀ ਜਿਹੜੀ ਕਵਾਏ ਹੈ, ਕਵਾਏ ਹੁੰਦੀ ਪੁਸ਼ਾਕ ਪਹਿਨਾਈ ਹੈ। ਭਗਤੀ ਰੂਪੀ ਪੁਸ਼ਾਕ ਦੀ ਬਾਣ ਦੇ ਵਿੱਚ ਲਿਜਾ ਕੇ, ਸਭਾ ਦੇ ਵਿੱਚ ਲਿਜਾ ਕੇ ਪਹਿਨਾਈ ਆਪਾਂ ਨੂੰ। ਹਉ ਹੋਆ ਮਾਹਰ ਪਿੰਡ ਦਾ, ਬੰਨ ਆਂਦੇ ਪੰਜ ਸਰੀਕ ਜੀਓ। ਇਸ ਕਰਕੇ ਹੁਣ ਮੈਂ ਪਿੰਡ ਕੀ ਹੈ, ਸਰੀਰ ਰੂਪ ਪਿੰਡ। ਭਲਵਾਨ ਪਿੰਡਾਂ ਵਿੱਚ ਆਉਂਦੇ ਸੀ ਕੁਸ਼ਤੀ ਕਰਨ, ਕਹਿੰਦੇ ਮੈਂ ਸਰੀਰ ਰੂਪ ਪਿੰਡ ਦਾ ਮਾਹਰ ਤੋਂ ਭਾਵ ਚੌਧਰੀ, ਨੰਬਰਦਾਰ ਬਣ ਗਿਆ ਅਤੇ ਜੀਵ ਦੇ ਕਾਮ ਕ੍ਰੋਧ ਆਦਿਕ ਪੰਜ ਜਿਹੜੇ ਸਰੀਕ ਸੀ, ਦੁਸ਼ਮਣ ਸੀ, ਬੰਨ ਆਂਦੇ, ਇਹ ਮੈਂ ਬੰਨ ਕੇ ਲੈ ਆਇਆ ਪੰਜਾਂ ਨੂੰ, ਚੰਗੀ ਤਰ੍ਹਾਂ ਬੰਨ ਲਿਆ ਹੈ ਇਹਨਾਂ ਨੂੰ। ਹਉ ਆਇਆ ਸਾਮੈ ਤਿਹੰਡੀਆ, ਪੰਜ ਕਿਰਸਾਨ ਮੁਜੇਰੇ ਮਹਿੰਡਿਆ। ਜਦ ਤੋਂ ਹਉ ਤੋਂ ਭਾਵ ਮੈਂ ਤਿਹੰਡੀਆ, ਤੁਹਾਡੀ ਸਾਮੈ ਤੋਂ ਭਾਵ ਸ਼ਰਨ ਵਿੱਚ ਆਇਆ, ਉਦੋਂ ਤੋਂ ਪੰਜ ਗਿਆਨ ਇੰਦਰੀਏ ਰੂਪ ਕਿਰਸਾਨ ਜਿਹੜੇ ਜ਼ਿਮੀਂਦਾਰ ਨੇ ਮਹਿੰਡਿਆ ਮੇਰੇ, ਉਹ ਮੁਜੇਰੇ ਹੁੰਦੇ ਨੇ, ਭਾਵ ਮੁਜਾਰੇ, ਭਾਵ ਕਾਮੇ ਹੋ ਗਏ ਨੇ। ਕਹਿਣ ਤੋਂ ਭਾਵ ਕਿ ਪੰਜ ਗਿਆਨ ਇੰਦਰੇ ਹੁਣ ਮੇਰੇ ਅਧੀਨ ਚੱਲਦੇ ਨੇ, ਮੇਰੇ ਤੋਂ ਬਾਹਰ ਨਹੀਂ। ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਘੁੱਗ ਗਿਰਾਓ ਜੀਓ। ਕੰਨ ਇੱਥੇ ਹੈ ਕੱਕੇ ਉੱਤੇ ਟਿੱਪੀ, ਨੰਨੇ ਨੂੰ ਔਂਕੜ ਬੋਲਣ ਵਿੱਚ ਲੱਗਦਾ ਜਿਵੇਂ ਕੰਨ ਹੁੰਦਾ ਸੁਣਨ ਵਾਲਾ, ਪਰ ਇੱਥੇ ਹੈ ਥੋੜਾ ਜਿਹਾ ਭਾਰਾ ਕਰਕੇ ਜ਼ੋਰ ਦੇ ਕੇ ਬੋਲਣਾ। ਕੰਨ ਕੋਈ ਕੱਢ ਨਾ ਹੰਗਈ, ਕੰਨ ਹੁੰਦਾ ਇੱਥੇ ਕੰਧਾ, ਮੋਢਾ। ਕਹਿੰਦੇ ਉਹਨਾਂ ਇੰਦਰੀਆਂ ਵਿੱਚੋਂ ਹੁਣ ਕੋਈ ਇੰਦਰੀਆਂ ਵੀ ਜਿਹੜੀਆਂ ਕੰਨ ਨੇ, ਭਾਵ ਮੋਢਾ, ਭਾਵ ਸਿਰ ਉੱਚਾ ਨਹੀਂ ਕਰ ਸਕਦਾ। ਕੋਈ ਇੰਦਰੀਆਂ ਵੀ ਵਿਸ਼ਿਆਂ ਦੀ ਤਰਫ ਬਲ ਨਹੀਂ ਪਾ ਸਕਦੀਆਂ, ਉਹਨਾਂ ਦਾ ਬਲ ਮੁਕਾ ਦਿੱਤਾ ਹੁਣ। ਜਿਵੇਂ ਕਿਸੇ ਪਿੰਡ ਵਿੱਚ ਬਿਲਕੁਲ ਉਜਾੜ ਪਈ, ਉੱਲੂ ਕਾਂ ਬੋਲਣ ਤਾਂ ਉਹ ਪਿੰਡ ਉਜੜ ਜਾਂਦਾ। ਇਸੇ ਤਰ੍ਹਾਂ ਸਰੀਰ ਰੂਪ ਪਿੰਡ ਵਿੱਚ ਮਨ ਰੂਪ ਉੱਲੂ ਦੇ ਬੋਲਣ ਕਰਕੇ ਸਰੀਰ ਉਜੜ ਰਿਹਾ ਸੀ। ਗੁਰੂ ਸਾਹਿਬ ਜੀ ਬਚਨ ਕਰਦੇ ਨੇ ਵੀ ਜਿਸ ਵੇਲੇ ਮਨ ਰੂਪ ਉੱਲੂ ਨੂੰ ਫੜ ਕੇ ਕਾਬੂ ਕਰ ਲਿਆ, ਉਸ ਵੇਲੇ ਸਰੀਰ ਰੂਪ ਗਿਰਾਉਂ ਪਿੰਡ ਸ਼ੁਭ ਗੁਣਾਂ ਨਾਲ ਘੁੱਗ, ਗਿਰਾਉਂ ਜੀ ਉਹ ਘੁੱਗ ਹੁੰਦਾ ਸੰਘਣਾ, ਮੁੱਠਾ ਹੁੰਦਾ ਵਸ ਗਿਆ। ਮਹਾਰਾਜ ਦੀ ਕਿਰਪਾ ਹੋ ਗਈ ਆ, ਪੰਜ ਗਿਆਨ ਇੰਦਰੇ ਕਾਬੂ 'ਚ ਹੋ ਗਏ ਨੇ। ਅੱਖਾਂ, ਕੰਨ, ਚਮੜੀ, ਇਸੇ ਤਰ੍ਹਾਂ ਨਾਸਕਾ, ਸਾਡੀ ਜ਼ੁਬਾਨ, ਇਹ ਹੁਣ ਸਾਡੇ ਕੰਟਰੋਲ ਵਿੱਚ ਨੇ, ਬਾਹਰ ਨਹੀਂ ਜਾਂਦੇ। ਇਹੀ ਪੰਜ ਗਿਆਨ ਇੰਦਰੀਏ ਕਿਰਸਾਨ ਜ਼ਿਮੀਂਦਾਰ ਮੇਰੇ ਕਾਮੇ ਬਣ ਗਏ। ਹੁਣ ਨਹੀਂ ਕੋਈ ਇਹਨਾਂ ਵਿੱਚੋਂ ਉੱਪਰ ਨੂੰ ਮੋਢਾ ਚੁੱਕ ਕੇ ਖੰਘਦਾ ਨਹੀਂ ਮੇਰੇ ਵੱਲ ਦੇਖ ਕੇ, ਨਾ ਹੀ ਕੋਈ ਇੱਧਰ ਨੂੰ ਮੋਢਾ ਕਰਦਾ, ਬਲ ਨਹੀਂ ਪਾ ਸਕਦਾ ਆਪਣਾ ਮੇਰੇ ਤੇ। ਅੱਗੇ ਪੰਜ ਗਿਆਨ ਇੰਦਰੀਏ ਜਿਹੜੇ ਮੈਨੂੰ ਪਰੇਸ਼ਾਨ ਕਰਦੇ ਸੀ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹਨਾਂ ਵਿੱਚ ਮੈਨੂੰ ਫਸਾਈ ਰੱਖਦੇ ਸੀ ਅੱਗੇ। ਹਉ ਵਾਰੀ ਘੁੰਮਾ ਜਾਵੰਦਾ, ਇੱਕ ਸਾਹਾ ਤੁਧ ਧਿਆਇਂਦਾ। ਹੇ ਵਾਹਿਗੁਰੂ, ਮੈਂ ਆਪ ਜੀ ਤੋਂ ਮਨ ਕਰਕੇ ਵਾਰ ਨੇ ਤੇ ਤਨ ਕਰਕੇ ਘੁੰਮਾ ਹੁੰਦਾ, ਬਲਿਹਾਰ ਜਾਂਦਾ। ਹਉ ਵਾਰੀ ਘੁੰਮਾ ਜਾਵੰਦਾ,
ਇੱਕ ਸਾਹਾ ਤੁਧ ਧਿਆਇਂਦਾ। ਇਹ ਸ਼ਹਿਨशाह ਵਾਹਿਗੁਰੂ, ਇੱਕ ਤੁਹਾਨੂੰ ਹੀ ਮੈਂ ਧਿਆਉਂਦਾ ਜੀ। ਇੱਕ ਸਾਹਾ ਹੁੰਦਾ, ਇੱਕ ਰਸ ਲਗਾਤਾਰ, ਇੱਕ ਸਾਹਾ ਤੁਧ ਧਿਆਇਂਦਾ। ਸਵਾਸ ਸਵਾਸ ਇੱਕ ਸਾਹ ਲਗਾਤਾਰ ਹੀ ਬਿਨਾਂ ਰੁਕਿਆ ਮੈਂ ਵਾਹਿਗੁਰੂ 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 ਵਾਹਿਗੁਰੂ, ਰੁਕਦਾ ਹੀ ਨਹੀਂ ਮੈਂ। ਇੱਕ ਸਾਹਾ ਤੁਧ ਧਿਆਇਂਦਾ। ਇਹ ਇੱਕ ਸਾਹਾ ਸ਼ਹਿਨशाह ਪ੍ਰਮਾਤਮਾ, ਇੱਕ ਰਸ ਲਗਾਤਾਰ ਤੁਹਾਨੂੰ ਹੀ ਧਿਆਉਂਦਾ ਹਾਂ ਮੈਂ। ਉਜੜ ਥੇ ਵਸਾਇਓ, ਹਉ ਤੁਧ ਵਿਟਹੁ ਕੁਰਬਾਨ ਜੀਓ। ਅੰਤःਕਰਨ ਰੂਪ ਜਿਹੜਾ ਥੇ ਉਜੜਿਆ ਹੋਇਆ ਸੀ, ਉਹ ਮੁੜ ਕੇ ਸ਼ੁਭ ਗੁਣਾਂ ਨਾਲ ਤੁਸੀਂ ਵਸਾ ਦਿੱਤਾ। ਮੈਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਵਾਂ, ਜਿੱਥੇ ਔਗਣਾ ਕਰਕੇ ਮੈਂ ਉਜੜਿਆ ਪਿਆ ਸੀ। ਹੁਣ ਤੁਸੀਂ ਇਹੀ ਜੀ ਕਿਰਪਾ ਕੀਤੀ ਨਾਮ ਦੀ ਕਿ ਸਾਰੇ ਇੰਦਰੀਏ ਮੇਰੇ ਕਾਬੂ 'ਚ ਹੋਏ ਬੈਠੇ ਨੇ। ਮੇਰਾ ਸਰੀਰ ਰੂਪੀ ਘਰ ਫੇਰ ਬਸ ਗਿਆ ਹੈ, ਸ਼ੁਭ ਗੁਣ ਫੇਰ ਆ ਗਏ ਨੇ, ਨਾਮ ਉੱਥੇ ਫੇਰ ਵਸ ਗਿਆ ਹੈ। ਹਰ ਇੱਠੈ ਨਿਤ ਧਿਆਇਂਦਾ, ਮਨ ਚਿੰਦੀ ਸੋ ਫਲ ਪਾਇਂਦਾ। ਹੇ ਇੱਠੈ ਤੋਂ ਭਾਵ ਪਿਆਰੇ ਹਰੀ ਵਾਹਿਗੁਰੂ, ਮੈਂ ਆਪ ਜੀ ਨੂੰ ਹਰ ਰੋਜ਼ ਧਿਆਉਂਦਾ ਹਾਂ। ਹਰ ਇੱਠੈ ਨਿਤ ਧਿਆਇਂਦਾ, ਮਨ ਚਿੰਦੀ ਸੋ ਫਲ ਪਾਇਂਦਾ। ਮਨ ਵਿੱਚ ਵੀ ਜੋ ਚਾਹੁੰਦਾ ਉਹੀ ਫਲ ਆਪ ਜੀ ਪਾਸੋਂ ਮੈਂ ਪ੍ਰਾਪਤ ਕਰਦਾ ਹਾਂ ਜੀ। ਸਭੇ ਕਾਜ ਸਵਾਰਿਆਨ, ਲਾਹੀਆਂ ਮਨ ਕੀ ਭੁੱਖ ਜੀਓ। ਆਪ ਜੀ ਨੇ ਹੁਣ ਮੇਰੇ ਸਾਰੇ ਕੰਮ ਸਵਾਰ ਦਿੱਤੇ ਨੇ। ਗੁਰੂ ਅਰਜਨ ਦੇਵ ਜੀ ਦੇ ਕਿਹੜੇ ਕੰਮ, ਜਿਵੇਂ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ, ਸਰੋਵਰ ਬਣਾਉਣਾ ਪਹਿਲਾਂ, ਫਿਰ ਹਰਿਮੰਦਰ ਸਾਹਿਬ ਦੀ ਰਚਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ਮਾਨ ਹੋਣਾ, ਸੰਤੋਖਸਰ ਸਾਹਿਬ ਦਾ ਸਥਾਨ ਬਣਾਉਣਾ, ਇਹ ਸਾਰੇ ਸਥਾਨ ਰਾਮਸਰ ਸਾਹਿਬ ਦਾ ਬਣਨਾ, ਹੋਰ ਬੇਅੰਤ ਕਾਰਜ ਜਿਹੜੇ ਸੀ ਆਪ ਜੀ ਨੇ ਕਿਰਪਾ ਕਰਕੇ ਇਹ ਮਹਾਰਾਜ ਸਾਰੇ ਹੀ ਕਰ ਦਿੱਤੇ। ਆਪ ਜੀ ਨੇ ਮੇਰੇ ਮਨ ਦੀ ਜਿਹੜੀ ਭੁੱਖ ਸੀ, ਤ੍ਰਿਸ਼ਨਾ ਸੀ, ਉਹ ਲਾ ਦਿੱਤੀ। ਤ੍ਰਿਸ਼ਨਾ ਚੰਗੀ ਵੀ ਹੋ ਸਕਦੀ ਹੈ, ਤ੍ਰਿਸ਼ਨਾ ਮਾਇਆ ਦੀ ਮਾੜੀ ਹੈ। ਇਹ ਦੂਜੇ ਪਾਸੇ ਲੱਗ ਜੇ, ਦਸਵੇਂ ਪਾਤਸ਼ਾਹ ਕਹਿੰਦੇ ਨੇ ਇਹ ਲਾਲਚ, ਤੁਹਾਨੂੰ ਕਾਹਦਾ ਲਾਲਚ ਹੋ ਗਿਆ ਮਹਾਰਾਜ? ਕਹਿੰਦੇ ਹਉ ਗੁਣ ਤਾਉ ਉਚਰੋ। ਕਹਿੰਦੇ ਮੈਂ ਕਹਿੰਦਾ ਵੀ ਸੌਣਾ ਵੀ ਕਾਹਨੂੰ ਹੈ, ਬੋਲਣਾ ਵੀ ਕਾਹਨੂੰ ਹੈ, ਖਾਣਾ ਪੀਣਾ ਵੀ ਕਾਹਨੂੰ ਹੈ। ਹਰ ਵਕਤ ਮੈਨੂੰ ਲਾਲਚ ਹੋਇਆ ਰਹਿੰਦਾ ਸਵਾਸ ਸਵਾਸ ਨਾਮ ਜਪਣ ਦਾ। ਜਿਵੇਂ ਭਗਤ ਕਬੀਰ ਜੀ ਨੇ ਕਿਹਾ ਸੀ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੈ ਰਾਮ ਸਨੇਹ। ਕਹਿੰਦੇ ਜਦੋਂ ਨਲਕੀ ਵਿੱਚੋਂ ਅੰਦਰ ਨੂੰ ਸਾਹ ਖਿੱਚ ਕੇ ਫੂਕ ਮਾਰ ਕੇ ਧਾਗਾ ਖਿੱਚਣਾ ਹੁੰਦਾ ਹੈ, ਉਹਦੇ ਰਾਹੀਂ ਆਪਣੀ ਮਾਤਾ ਨੂੰ ਕਹਿਣ ਲੱਗੇ ਕਿ ਉਦੋਂ ਮੇਰਾ ਇੱਕ ਸਵਾਸ ਖਰਾਬ ਹੋ ਜਾਂਦਾ ਹੈ, ਇਸ ਕਰਕੇ ਮੈਂ ਨਹੀਂ ਧਾਗਾ ਪਾਉਣਾ, ਮੈਂ ਸਾਰੇ ਕੰਮ ਛੱਡੇ। ਤੇ ਮਾਤਾ ਕਹਿਣ ਲੱਗੀ ਤੂੰ ਨਰਾਲਾ ਹੀ ਆ ਗਿਆ ਸੰਸਾਰ ਦੇ ਵਿੱਚ, ਸਾਰੀ ਦੁਨੀਆ ਹੀ ਕੰਮਕਾਰ ਕਰਦੀ ਹੈ, ਤੂੰ ਅਜੀਬ ਬੰਦਾ ਹੈ ਕਿ ਮੇਰਾ ਇੱਕ ਸਵਾਸ ਖਰਾਬ ਹੋ ਜਾਵੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਮੈਨੂੰ ਤਾਂ ਹੁਣ ਹੋਰ ਇੱਛਾ ਹੀ ਨਹੀਂ ਹੈ ਕੋਈ, ਬਸ ਸਵਾਸ ਸਵਾਸ ਤੇਰਾ ਨਾਮ ਜਪਣ ਦੀ ਹੀ ਇੱਕ ਇੱਛਾ ਹੈ। ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ। ਮੈਂ ਹੋਰ ਸਾਰੇ ਧੰਦੇ ਛੱਡ ਦਿੱਤੇ ਨੇ। ਗੋ ਸਾਈਂ ਜੋ ਪ੍ਰਿਥਵੀ ਦਾ ਮਾਲਕ ਪਰਮਾਤਮਾ ਹੈ, ਬਸ ਉਹਦੀ ਉਹੀ ਸੇਵਾ ਕਰਦਾ ਹਾਂ, ਭਾਵ ਉਹਦਾ ਹੀ ਨਾਮ ਜਪਦਾ ਹਾਂ। ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿਕ ਜੀਓ। 9 ਨਿਧੀਆਂ ਦਾ ਖਜ਼ਾਨਾ ਰੂਪ ਜੋ ਹਰੀ ਨਾਮ ਪਰਮਾਤਮਾ ਦਾ, ਉਹਨੂੰ ਮੈਂ ਜੀ ਦੇ ਨਿਸ਼ਚੇ ਪੂਰਵਕ ਅੰਦਰੋਂ ਐਨ ਆਪਣੇ ਮਨ ਕਰਕੇ ਨਿਸ਼ਚੇ ਦੇ ਨਾਲ ਬੁੱਧੀ ਰੂਪ ਪੱਲੇ ਵਿੱਚ ਹੁੰਦਾ। ਛਿਕ ਤੋਂ ਭਾਵ ਖਿੱਚ ਕੇ ਘੁੱਟ ਕੇ ਬੰਨ੍ਹ ਲਿਆ। ਚੌਥੇ ਪਾਤਸ਼ਾਹ ਦਾ ਸ਼ਬਦ ਮੈਂ ਛੀਕ ਗਾਂਠਰੀ ਬਾਂਧਾ, ਘੁੱਟ ਕੇ ਪੱਲੇ ਨਾਲ ਦੇ ਬੰਨ੍ਹ ਲਿਆ ਮੈਂ। 9 ਨਿਧੀਆਂ ਦਾ ਜੋ ਖਜ਼ਾਨਾ ਨਾਮ ਹੈ, ਮੈਨੂੰ ਨਾਮ ਬਾਰੇ ਚਾਨਣ, ਜਿਹਨੂੰ ਨਾਮ ਬਾਰੇ ਗਿਆਨ ਹੋ ਜੇ ਉਹ ਨਾਮ ਨੂੰ ਨਹੀਂ ਛੱਡਦਾ।
मैं सुखी हूँ सुख पाया, गुर अंतर शब्द वसाया। मैं तो जी सुखां विचों आत्मक सुख प्राप्त कर लिया। उदों तो मैं सुखी हाँ जद तो मैं आत्मक सुख पाया ते हिरदे अंदर गुरु साहब का उपदेश वसा लिया है भी जो गुरु साहब ने कहा उही करना, दूजे किसी ऐरे गैरे की गल सुननी नहीं, क्योंकि ऐरे गैरे का दिमाग की चीज़ है, वही बुद्धि कित्थे खड़ी। जो गुरु साहब कहते ने उही वड्डा। सतगुर पुरख विखालिया, मस्तक धर कै हथ जीओ। सतगुरां ने मेरे उत्ते मेरे सिर ते हथ रख के किरपा करके मैनू अकाल पुरख दे दर्शन करा दिते। साखियात मेरियां जिहड़ियां अखां सी वो खोल दित्तियां गुरां ने, अंदरों दिव दृष्टि खोल दिती। कह नानक एह नेत्रंद से सतगुर मिलिया दिव दृष्ट होई। मैं बद्धी सच धर्मसाल है, गुर सिखा लहिंदा भाल कै। महाराज सच्चे पातशाह कहते मैं निश्चय करके सच नाम जपण रूप धर्मशाला बनाई है। धन गुरु रामदास साहब जी उत्ते निश्चय रखण वाले गुरसिखां नूं ढूंढ के लहिंदा तो भाव मैं लैके आउंदा। आओ भाई फेर बैठ के आपां नाम जपीए सारे मिल के। पैर धोवां पक्खा फेरदा, तिस निव निव लग्गां पाए जीओ। गुरसिखां दे पैर धोंदा। महाराज सचमुच ही धोंदे सी, लिखिया ही नहीं है, आप भी सेवा करते सी। गर्मी दी मौसम विच उन्हां नूं पक्खा फेरदा, पक्खा झलदा। ये भी झल्लिया महाराज ने पिपली साहब गुरु घर जाके, अते जी विच भावना धार के न्यों न्यों के उन्हां दे चरनी लगदा। तिस निव निव लागां पाए जीओ। कहण तो भाव के मैं बद्धी सच धर्मशाल है, मैंने बुद्धि रूप एक सच्ची धर्मशाला बनाई है। गुरसिखां लहिंदा भालक है, ये बुद्धि विच गुरसिखिया नूं ढूंढ के लैंदा हां। पैर धोवां, गुरु साहिब दे चरनां दा ध्यान करदा। फिर पक्खा फेरदा, वो किहड़ा पक्खा, कहंदे गुरु साहिब जी दा पक्ख लैंदा हां। तिस निव निव लग्गां पाए जीओ। न्यों न्यों के सतगुरु महाराज दे चरनी लगदा हां। इस तरह सतगुरां दे चरनी भी लगदा हां, गुरसिखां दी सेवा भी करदा हां। सुण गल्लां गुर पह आया। जिस वेले परमात्मा नाल मिलण दीआं भजन सिमरन कथा कीर्तन रूप गल्लां सुनन वास्ते मैं गुरां कोल चल के आया, गुरु साहब ने मैनूं एक चीज़ पक्की कर दिती, नाम दान इस्नान दिड़ाया। गुरां ने मैनूं वचन कीता अमृत वेले उठ के इशनान करना भाई पहलां, फिर भाई नाम जपना, फिर भाई दान देना। ये मैनूं पक्का कर दिता, गुरमुख नाम दान इशनान। सब मुक्त होआ सै सारड़ा, नानक सच्ची बेड़ी चाड़ जीओ। संसार दे सारियां दुखां तो मैं मुक्त हो गया हाँ। सतगुरु महाराज कहने क्योंकि गुरु जी ने मैनू सच्ची भगती रूपी वड्डी बेड़ी उत्ते चढ़ा दिता। सतगुरु दे उपदेश नाल तां सारा संसार ही मुक्त हो गया, क्योंकि गुरां दा जहाज ही एडा वड्डा, नाम दा जहाज कोई छोटा नहीं है, सारी दुनिया ही तार दिती गुरां ने। सब श्रेष्ठ सेवे दिन रात जियो, दे कन सुनो अरदास जियो। हे महाराज सारी दुनिया आप जिन्हों रात दिन रात रही है। हे सच्चे पातशाह आप कृपा करके कन हुंदा ध्यान दे के मेरी अरदास सुनो जी, मेरे वाल गरीब वाल तक लो, कन दे के सुनना ध्यान नाल, कृपा करो मेरी बेनती प्रवान करो जी। ठोक वजाए सब डिठिया, तुस आपे लैन छड़ाए जियो। असी बहुत ठोक वजा के चंगी तरह परख निरख के निर्णय करके सब तरह वेख लिया कि तुसी जी दे विच तुस हुंदा प्रसन्न हो के आप ही सेवकां नूं दुखां तो जमदूतां तो छुड़ा लिया।
हुण हुक्म होआ मेहरबान दा, पै कोई ना किसै न जाणदा। हुण मेहरबान परमात्मा दा अजिहा हुक्म होया है जो किसी दे मगर पै के कोई भी किसी नूं रंजाणदा हुंदा, दुख नहीं दिंदा। हुण रंजाणदा, इस करके ञ अखर की वरतों की महाराज ने। सब सुखाली वुठिया इहो हुआ हले मीराज जीओ। सारी सृष्टि सुखी जिहड़ी वुठिया बस रही है। हुण इस तरह का राज जी च हलेमी हुंदा, गरीबी दे धारण नाल होया। गरीबी भावना धारण कर लई, निमरता रख लई है। कहण तो भाव अर्थ गुरां दा कि हुण हुक्म हुआ मेहरबान दा। हुण इस शरीर जां अंतःकरण रूप नगर च मेहरबान परमात्मा दा हुक्म स्थित हो गया, टिक गया है। जिवें भगत कबीर जी ने फरमाया ना, फुरमान तेरा सिरै ऊपर, फिर ना करत विचार। सतगुरु महाराज जी कहते पै कोई ना किसै रंजाणदा, सब सुखाली वुठिया। इस लई कोई औगण हुण जिहड़ा पै प्रबल हो के किसी शुभ गुण नूं नहीं दबा सकदा। शुभ गुणां दी सारी प्रजा सुखपूर्वक वस रही शरीर दे अंदर। इहो हुआ हले मीराज जीओ। जी विच हुण हलेमी हुंदी निमरता। निमरता दे धारण नाल इह राज हुंदा ज्ञान। राज दे जज्जे नूं औंकड़ है, इस करके राज प्रकाश है। इह ज्ञान प्राप्त हो गया। राज जज्जे नूं औंकड़ ना हुंदा तां राज दुनिया दे राज, बहुते राज, राज दी गल, भेद दी गल। इत्थे राज है प्रकाश। सो गुरमुखां दा राज जिहड़ा मन बाणी शरीर उत्ते मन जीता, जग जीत राज हो गया। झिम झिम अंमृत वरसदा, बोलाया बोली खसम दा। गुरु रूप बदल विच की बख्शिश है। संसारी बदल तां बरसात पाई, पर गुरु रूप बदल क्षमा छम भाव एक रस उपदेश नाम रूप अमृत की बरखा करते ने सतगुरु। बोलाया बोली खसम दा। सो इस करके कहते ने खसम दा जो परमात्मा, हे वाहिगुरु मैं तो आप जी का बुलाया होया ही बोल रहा जी। बहु मान कीया तुद उपरे, तू आपे पाए थाए जीओ। मैं तो आप जी के उपर बहुता मान किया है महाराज सच्चे पातशाह। तुसीं आप ही मेरे कीते हुए कर्मां नूं थां पा दिंदे हो, सफल कर दिंदे हो। करदा तां मैं ऐसा ही हाँ, इन्ना सही नहीं मैं करदा। कदे पाठ करदियां गलती हो गई, कदे मन किते चलिया गया, कदे सेवा करदियां गलती हो जाती मनुख तो। पर तुसीं की करदे हो, दया करदे हो। साडे जिहे जे भी कर्म कीते हुए हैं, तुसीं साडा प्रेम देख के उन्हां कीते हुए कर्मां नूं सफला कर दिंदे हो। चलो कोई नहीं, बच्चा है, करदा तां है ना। इस करके तुसीं मेरे माड़े मोटे कीते हुए कर्मां नूं, भावें सानूं आउंदा कुछ नहीं है, सानूं पता कि साडी बुद्धि नहीं है, माड़ा मोटा तेरे गुण गाउंदे आ, पर फिर भी तू साडे सिरां ते मेहर भरिया हथ रखदा। तुहानूं पता चलो भावना नाल बैठा है, गाउंदा है, जिन्नी क बुद्धि दित्ती है उहदे हिसाब नाल ही गा सकदा जीव। इस करके मैं आप दे उत्ते बहुता ही मान करदा हां। तेरियां भगतां भुख सद तेरिया, हर लोचा पूरन मेरिया। तेरियां भगतां नूं सदा ही तेरी प्राप्ति की भुख रहिंदी है। हे वाहिगुरू, तू मेरियां सारियां जिहड़ियां लोचा हुंदियां इच्छा ने ना पूर्ण करन वाला है, पर एक मेरी ये इच्छा भी पूरी कर दे। किहड़ी इच्छा गुरसिख? बोल तैनूं की चाहिदा? देहो दर्श सुख दातिया, मैं गल विच लै हो मिलाए जियो। हे सुख दे देण वाले दातिया, अपना दर्शन देना कर। हे महाराज जी, मैनूं गल विच गलवकड़ी विच लैके अपने नाल मिला लो। हे परमात्मा, जिथे तू मैनूं इन्ना कुछ दिता है, उत्थे हुण दर्शन भी दे दिओ जी। मैनूं अपने गलवकड़ी विच लै लो जी, प्यार करो मैनूं। तुद जेवड़ अवर ना भालिया,
ਤੂੰ ਦੀਪ ਲੋ ਪਏ ਆਲਿਆ। ਤੁਹਾਡੇ ਜਿੱਡਾ ਵੱਡਾ ਹੋਰ ਕਿਸੇ ਨੂੰ ਨਹੀਂ ਵੇਖਿਆ ਮੈਂ, ਕੋਈ ਨਹੀਂ ਹੈ ਹੋਰ ਤੁਹਾਡੇ ਵਰਗਾ, ਕਿਉਂਕਿ ਤੁਸੀਂ 7 ਦੀਪਾਂ 14 ਲੋਕਾਂ 7 ਪਤਾਲਾਂ ਵਿੱਚ ਪਰਿਪੂਰਨ ਹੋ, ਇੰਨਾ ਵੱਡਾ ਨਹੀਂ ਹੈ ਕੋਈ। ਤੂੰ ਥਾਨ ਤਨੰਤਰ ਰਵ ਰਹਿਆ, ਨਾਨਕ ਭਗਤਾਂ ਸੱਚ ਆਧਾਰ ਜੀਓ। ਤੁਸੀਂ ਥਾਨਾਂ ਦੇ ਅੰਦਰ ਅਤੇ ਥਨੰਤਰ ਜੀਵਾਂ ਵਿੱਚ ਰਵ ਰਹੇ ਹੋ, ਪਰਿਪੂਰਨ ਹੋ, ਵਿਆਪਕ ਹੋ। ਸਤਿਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਭਗਤਾਂ ਨੂੰ ਹੈ ਸੱਚੇ ਵਾਹਿਗੁਰੂ ਆਪ ਜੀ ਦਾ ਹੀ ਆਧਾਰ ਹੈ, ਆਸਰਾ ਹੈ। ਕਿਸੀ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ ਜਾਂ ਲਗ ਚਿੱਤ ਨਾ ਆਵਹੀ। ਹਉ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਮੈਂ ਗੋਸਾਈ ਪ੍ਰਮਾਤਮਾ ਦਾ ਨਿੱਕਾ ਜਿਹਾ ਪਹਿਲਵਾਨ ਹਾਂ, ਪਰ ਮੈਂ ਗੁਰਾਂ ਨਾਲ ਮਿਲ ਕੇ ਜਸ ਰੂਪ ਉੱਚਾ ਦੁਮਾਲੜਾ ਬੰਨਿਆ ਹੈ। ਗੁਰਾਂ ਨਾਲ ਮਿਲ ਕੇ ਮੈਨੇ ਵਿਸ਼ੇਸ਼ ਕਰਕੇ ਜੋ ਦਵੈਤ ਭਾਵ ਨੂੰ ਖਤਮ ਕਰ ਦਿੱਤਾ, ਦਵੈਸ਼ ਨੂੰ ਮਲ ਦਿੱਤਾ, ਇਹੀ ਦੁਮਾਲੜਾ ਬੰਨਿਆ ਹੈ। ਦੁਮਾਲਾ ਦੋਹਰੀ ਦਸਤਾਰ, ਇੱਕ ਛੋਟੀ ਦਸਤਾਰ ਥੱਲੇ, ਇੱਕ ਵੱਡੀ ਉੱਪਰ। ਸੋ ਮਹਾਰਾਜ ਦਾ ਹੁਕਮ ਸੀ ਜਦੋਂ ਮੇਰੀ ਹਜ਼ੂਰੀ ਆਉਣਾ, ਦੁਮਾਲਾ ਸਜਾ ਕੇ ਆਉਣਾ। ਦਸਤਾਰਾਂ 2, ਛੋਟੀ ਦਸਤਾਰ ਦੇ ਉੱਪਰੋਂ ਵੱਡੀ ਸਜਾ ਕੇ। ਨਿਹੰਗ ਸਿੰਘ ਫੌਜਾਂ ਵਿੱਚ ਦੁਮਾਲਾ ਸਜਾਇਆ ਜਾਂਦਾ। ਇਸ ਪ੍ਰਕਾਰ ਦੇ ਨਾਲ ਜਦੋਂ ਵੀ ਦੁਮਾਲਾ ਸਜਾਉਣਾ, ਦਸਤਾਰ ਬੰਨ੍ਹਣੀ, ਉਦੋਂ ਸ਼ਲੋਕ ਪਤ ਰਾਖੀ ਗੁਰਪਾਦ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ, ਨਾਨਕ ਸੋ ਰਾਧੀ ਅੰਤਰਾ ਪਾਰਾਵਾਰ। 52 ਅੱਖਰੀ ਵਿੱਚੋਂ ਖਿਆਲ ਕੀਤਾ ਜਾਂਦਾ, ਸ਼ਾਇਦ 37ਵਾਂ ਸ਼ਲੋਕ ਹੈ ਇਹ। ਔਰ ਇਹ ਜਿਹੜੀਆਂ ਪੰਗਤੀਆਂ ਨੇ, 2 ਪੰਗਤੀਆਂ ਨਿਹੰਗ ਸਿੰਘ ਦਸਤਾਰ ਸਜਾਉਣ ਲੱਗਿਆਂ ਪੜ੍ਹਦੇ ਨੇ। ਹਉ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਇਹ ਸੰਸਾਰ ਰੂਪ ਛਿੰਝ ਜਿਹੜੀ ਨਾ ਅਖਾੜੇ ਵਿੱਚ ਗੁਰਮੁਖ ਤੇ ਮਨਮੁਖ ਰੂਪ ਪਹਿਲਵਾਨਾਂ ਦੀ ਇਕੱਤਰਤਾ ਹੋਈ ਹੈ, ਜੰਮੇ ਇਕੱਠੇ ਹੀ ਨੇ ਸਾਰੇ। ਇਸ ਸੰਸਾਰ ਛਿੰਝ ਦੇ ਪਵਾਉਣ ਵਾਲਾ ਦਈਓ ਹੁੰਦਾ ਪ੍ਰੇਰਕ, ਦੱਦਾ ਯਈਏ ਨੂੰ ਔਂਕੜ ਦਈਓ। ਪਿੱਛੇ ਆਇਆ ਸੀ ਦੱਦੇ ਔਂਕੜ ਯਈਏ ਕਿੰਨਾ ਦੁਈਆ। ਇਹ ਯਈਏ ਦੀ ਆਵਾਜ਼ ਬਦਲ ਜਾਂਦੀ ਹੈ। ਸਭ ਬੈਰਨ ਕਉ ਆਸ ਸੰਘਰੀਆ ਹੈ। ਇਸ ਕਰਕੇ ਪਾਠ ਕਰਨ ਵੇਲੇ ਬਹੁਤ ਧਿਆਨ ਦੇਣਾ ਪੈਂਦਾ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ। ਸੋ ਇਸ ਕਰਕੇ ਚਤਰ ਚੱਕਰ ਮਾਨਿਆ, ਚਤਰ ਚੱਕਰ ਜਾਣਿਆ, ਚਤਰ ਚੱਕਰ ਦਾਨਿਆ। ਸਿਹਾਰੀ ਬਿਹਾਰੀ ਨਾਲ ਹੀ ਦੀ ਆਵਾਜ਼ ਬਦਲ ਜਾਂਦੀ ਹੈ। ਦੁਈਆ ਕਾਗਲ ਚਿੱਤ ਨਾ ਜਾਣਦਾ। ਇੱਥੇ ਬੈਠਾ ਉਚਾਰਨ ਕੀਤਾ ਦਈਓ ਬੈਠਾ ਵੇਖਿਆ ਆਪ ਜੀਓ। ਦਈਓ ਹੁੰਦਾ ਪ੍ਰੇਰਕ ਪਰਮਾਤਮਾ, ਆਪ ਹੀ ਇਹਨਾਂ ਸਾਰਿਆਂ ਜੀਵਾਂ ਨੂੰ ਇਕਾਂਤ ਜਗ੍ਹਾ ਤੇ ਬੈਠ ਕੇ ਵੇਖ ਰਿਹਾ ਹੈ। ਜਿਵੇਂ ਪ੍ਰਤੱਖ ਛਿੰਝ 'ਚ ਟੰਮਕ ਤੇ ਭੇਰੀਆਂ ਵੱਜਦੇ ਨੇ, ਇਸੇ ਸੰਸਾਰ ਵਿੱਚ ਛਿੰਝ ਟੰਮਕ ਤੇ ਭੇਰੀਆਂ ਕਿਹੜੀਆਂ ਵੱਜ ਰਹੀਆਂ ਸੰਸਾਰ ਰੂਪੀ ਛਿੰਝ ਵਿੱਚ। ਮਹਾਰਾਜ ਕਹਿਣ ਲੱਗੇ ਵਾਤ ਵੱਜਨ ਟੰਮਕ ਭੇਰੀਆਂ। ਆ ਜਿਹੜੇ ਸਾਰੇ ਜੀਵ ਨੇ ਨਾ, ਇਹ ਵਾਤ ਮੂੰਹਾਂ ਵਿੱਚੋਂ ਜਿਹੜੇ ਛੋਟੇ ਛੋਟੇ ਸ਼ਬਦ ਕਰਦੇ ਨੇ, ਗੱਲਾਂ ਕਰਦੇ ਨੇ, ਬੋਲਦੇ ਨੇ, ਪੰਛੀ ਬੋਲਦੇ ਨੇ, ਹਰ ਕੋਈ ਬੋਲਦਾ ਹੈ। ਇਹ ਟੰਮਕ ਹੁੰਦੇ ਨੇ ਛੋਟੇ ਨਗਾਰੇ, ਤੂਤੀਆਂ ਵੱਜ ਰਹੀਆਂ ਨੇ। तमाम जीवां दे वात मूँह चों जो वड्डे वड्डे शब्द हो रहे ने, ਉੱਚੀਆਂ ਆਵਾਜ਼ਾਂ ਵਿੱਚ ਬੋਲਦੇ ਨੇ, ਇਹ ਭੇਰੀਆਂ ਤੋਂ ਭਾਵ ਵੱਡੇ ਨਗਾਰੇ ਧੌਂਸੇ ਵੱਜ ਰਹੇ ਨੇ। ਮੱਲ ਲੱਥੇ ਲੈਂਦੇ ਫੇਰੀਆਂ। ਗੁਰਮੁਖ ਤੇ ਮਨਮੁਖ ਰੂਪ ਜਿਹੜੇ ਮੱਲ ਨੇ, ਪਹਿਲਵਾਨ, ਉਹ ਸੰਸਾਰ ਰੂਪ ਛਿੰਝ ਜਿਹੜਾ ਅਖਾੜਾ ਹੈ, ਇਸ ਅਖਾੜੇ ਦੇ ਵਿੱਚ ਲੱਥ ਤੋਂ ਭਾਵ ਉਤਰੇ ਹੋਏ ਫੇਰੀਆਂ ਲੈ ਰਹੇ ਨੇ। ਗੁਰਮੁਖਾਂ ਰੂਪ ਪਹਿਲਵਾਨ ਫੇਰੀਆਂ ਲੈਂਦੇ ਹੋਏ, ਹੱਲੇ ਦੇ ਸ਼ਬਦ ਪੜ੍ਹਦੇ ਹੋਏ ਸੰਸਾਰ ਛਿੰਝ 'ਚ ਆ ਕੇ ਉਤਰੇ ਨੇ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ,
नानक नाम मिलै तां जीवा, तन मन थीवै हरिया। मनमुखा रूपी पहलवान फेरियां लेंदे होए सिर्फ डंड रौला पाउंदे ने। संसार छिंज च उतरे तां होए ने, पर विकारां नूं भोगण च ही रौला पाई जांदे ने, विषयां दीयां गल्लां करी जांदे ने, ਉਹ ਨਿੰਦਿਆ ਦਾ ਹੀ ਰੌਲਾ ਪਾਉਂਦੇ ਨੇ, ਉਹ ਹਮੇਸ਼ਾ ਚੁਗਲੀਆਂ ਹੀ ਕਰੀ ਜਾਂਦੇ ਨੇ। ਉਹ ਹਮੇਸ਼ਾ ਜਿਵੇਂ 100 ਸਾਖੀ 'ਚ ਲਿਖਿਆ ਮਹਾਰਾਜ ਨੇ, ਰੌਲੇ ਕੇ ਸਿੱਖ ਹੋਹਾਂਗੇ। ਕਹਿਣ ਤੋਂ ਭਾਵ ਮਹਾਰਾਜ ਕਹਿੰਦੇ ਬਾਣੀ ਤਾਂ ਘੱਟ ਪੜ੍ਹਨ ਵਾਲੇ ਹੋਣਗੇ, ਸਿੱਖ ਰੌਲਾ ਪਾਉਣ ਵਾਲੇ ਜ਼ਿਆਦਾ ਹੋਣਗੇ ਆਉਣ ਵਾਲੇ ਸਮੇਂ 'ਚ। ਇਸ ਕਰਕੇ ਉਹ ਮਨਮੁਖਾਂ ਦੀ ਦਸ਼ਾ ਧਾਰਨ ਕਰਨ ਜਾਣਗੇ। ਸੋ ਮਹਾਰਾਜ ਨੇ ਜਿਵੇਂ 100 ਸਾਖੀ 'ਚ ਲਿਖਿਆ, संत खालसा का होसी प्रकाश, मलेश खालसा का होसी नास। खालसा मलेश भी हो जाता कदे कदे विच। ये डंड रौला पाउण वाले मनमुख लोग संसार छिंज च उतरे होए ने। निहते पंज जवान मैं, गुर थापी दिती कंड जीओ। जिस वेले गुरु साहब ने मेरी कंड ते पिठ ते थापी दिती, उस वेले मैं काम क्रोध लोभ मोह हंकार जिहड़े पंजे सूरमे सी, ये निहते मैं काबू कर लए। सो एक हुंदा यही अखर निहत्ते बन जाता, यही अखर निहते है। और इस करके निहते विशेष करके काम करो लोभ मोह हंकार में मार दिते ने। सब इकट्ठे होए आया, कर जासन वाट वटाया। जिवें जिहड़े प्रतख मल अखाड़े च सारे पहलवान इकट्ठे होके आउंदे ने, सब इकट्ठे होए आया। पर जे घरे जांदे ने वापस घरां नूं, पिंडां 'ਚ कई पिंडां दे इकट्ठ विच जदों मेला लगदा, भलवान कुश्तियां करदे ने, इकट्ठे हो के सारे आउंदे ने। पर घर नूं जदों जांदे ने, घर जासन वाट वटाया। पर जिस वेले घरां नूं वापस जांदे ने तां वाट हुंदा रस्ता बदल के जांदे ने, क्योंकि जिस रस्ते जिੱਤ वाले भलवान जांदे ने ਉਹ ਰਸਤੇ ਹਾਰ ਵਾਲੇ ਭਲਵਾਨ ਨਹੀਂ ਜਾਂਦੇ। ਉਹ ਕਿੱਧਰ ਦੀ ਜਾਂਦੇ ਨੇ? ਲੋਕ ਤਾਂ ਰਾਹੋ ਰਾਹੀ ਜਾਂਦੇ ਨੇ। ਉਹ ਵੱਟੇ ਵੱਟ ਖੇਤਾਂ ਦੀਆਂ ਵੱਟਾਂ ਤੇ ਉਹਲੇ ਜੇ ਹੋ ਕੇ ਜਾਂਦੇ ਹਾਰੇ ਹੋਏ ਭਲਵਾਨ, ਡਾਂਡੇ ਬੀਂਡੇ ਜਾਂਦੇ ਨੇ। ਉਹ ਇੱਧਰ ਉੱਧਰ ਹੋ ਕੇ ਵੀ ਕੋਈ ਦੇਖ ਨਾ ਲਵੇ, ਕੋਈ ਬਦਨਾਮੀ ਨਾ ਹੋ ਜੇ, ਕੋਈ ਬਦਨਾਮੀ ਦੀ ਗੱਲ ਨਾ ਕਹਿ ਦੇ, ਐਵੇਂ ਚੁਭਣ ਵਾਲੀ ਛੁਪਦੇ ਫਿਰਦੇ ਨੇ ਫਿਰ ਉਹ। ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਗੁਰਮੁਖ ਤੇ ਮਨਮੁਖ ਦਾ ਜਨਮ ਸੰਸਾਰ 'ਚ ਇਕੱਠਾ ਹੀ ਹੁੰਦਾ। ਆਉਂਦੇ ਤਾਂ ਸਾਰੇ ਇਕੱਠੇ ਹੀ ਨੇ ਮਾਤਾ ਦੇ ਉਦਰ ਤੋਂ, ਕਿਉਂਕਿ ਮਨੁੱਖ ਜਨਮ ਸਾਰਿਆਂ ਦਾ ਇੱਕੋ ਜਿਹਾ ਹੀ ਹੈ, ਜਿਹਾ ਜਿਹਾ ਗੁਰਮੁਖਾਂ ਦਾ ਹੋ ਜਾਂ ਮਨਮੁਖਾਂ ਦਾ। ਪਰ ਜਿਸ ਵੇਲੇ ਪਰਲੋਕ ਘਰ ਜਾਂਦੇ ਤਾਂ ਰਸਤਾ ਬਦਲ ਜਾਂਦਾ। ਗੁਰਮੁਖ ਮੁਕਤ ਰੂਪ ਰਸਤੇ ਚਲੇ ਜਾਂਦੇ, ਮਨਮੁਖ ਜਮਾਂ ਦੇ ਮਾਰਗ ਤੇ ਚਲੇ ਜਾਂਦੇ ਨੇ। ਮਨਮੁਖਾਂ ਨੇ ਭਗਤੀ ਰੂਪ ਬਾਟ ਨੂੰ ਬਦਲ ਦਿੱਤਾ, ਇਸ ਕਰਕੇ ਉਹ ਨਰਕਾਂ ਰੂਪ ਘਰ ਵਿੱਚ 84 ਲੱਖ ਜੂਨੀ ਰੂਪ ਘਰ ਵਿੱਚ ਨਹੀਂ ਜਾਂਦੇ। ਗੁਰਮੁਖਾਂ ਨੇ ਸੰਸਾਰਕ ਵਾਟ ਨੂੰ ਬਦਲਾ ਦਿੱਤਾ, ਇਸ ਕਰਕੇ ਉਹ ਗੁਰਮੁਖ ਸਰੂਪ ਰੂਪੀ ਘਰ ਜਾਂਦੇ ਨੇ। ਮਨਮੁਖਾਂ ਨੇ ਭਗਤੀ ਰੂਪ ਵਾਟ ਨੂੰ ਬਦਲਾਉਣ ਕਰਕੇ ਉਹ ਨਰਕਾਂ ਰੂਪ ਜਾਂ 84 ਲੱਖ ਜੂਨਾਂ ਦੇ ਘਰਾਂ 'ਚ ਚਲੇ ਜਾਂਦੇ ਨੇ। ਗੁਰਮੁਖ ਤਾਂ ਸਰੂਪ ਰੂਪੀ ਘਰ 'ਚ ਜਾਂਦੇ ਨੇ, ਪਰ ਮਨਮੁਖਾਂ ਨੇ ਉਹ ਵਾਟ ਨੂੰ ਵਟਾਇਆ, ਬਦਲਾ ਹੀ ਦਿੱਤਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਤਾਂ ਨਾਮ ਦਾ ਲਾਭ ਲੈ ਕੇ ਸੱਚਖੰਡ ਚਲੇ ਗਏ ਨੇ। ਮਨਮੁਖ ਜੀਵ ਆਪਣੇ ਮੂਲ ਰੂਪ ਸਵਾਸਾਂ ਨੂੰ ਵੀ ਗਵਾ ਕੇ ਜੰਮਪੁਰੀ ਨੂੰ ਚਲੇ ਗਏ ਨੇ। ਤੂੰ ਵਰਨਾ ਚਿਹਨਾ ਬਹਾਰਾ, ਹਰ ਦਿਸ ਹੈ ਹਾਜ਼ਰ ਜਹਰਾ। हे ਵਾਹਿਗੁਰੂ, ਤੁਸੀਂ ਚਾਰੇ ਵਰਨਾ ਤੋਂ ਅਤੇ ਅਨੇਕ ਪ੍ਰਕਾਰ ਦੇ ਚਿੰਨ੍ਹਾਂ ਤੋਂ ਬਾਹਰ ਹੋ। हे ਵਾਹਿਗੁਰੂ, ਤੁਸੀਂ ਹਰ ਇੱਕ ਜਗ੍ਹਾ ਉੱਪਰ ਹਾਜ਼ਰਾ, ਹਜੂਰ, ਜਹਰਾ, ਜਹੂਰ ਹੋ। ਨੇੜੇ ਜਹਰਾ ਤੋਂ ਭਾਵ ਨੇੜੇ ਤੋਂ ਨੇੜੇ, ਜਹਰਾ ਤੋਂ ਭਾਵ ਪ੍ਰਸਿੱਧ ਦਿਸ ਰਹੇ ਹੋ ਸਾਰੇ। ਸੁਣ ਸੁਣ ਤੁਝੈ ਧਿਆਏਂਦੇ, ਤੇਰੇ ਭਗਤ ਰਤੇ ਗੁਣਤਾਸ ਜੀਓ। हे ਗੁਣਤਾਸ, ਸ਼ੁਭ ਗੁਣਾਂ ਦੇ ਸਮੁੰਦਰ, ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਤੇਰੇ ਭਗਤ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਤੇਰੇ ਜਸ ਨੂੰ ਸੁਣ ਸੁਣ ਕੇ, ਕੰਨਾਂ ਦੁਆਰੇ ਸੁਣ ਕੇ ਤੈਨੂੰ ਹੀ ਧਿਆਉਂਦੇ ਨੇ। ਮੈਂ ਜੁਗ ਜੁਗ ਦਈਐ ਸੇਵੜੀ, ਗੁਰ ਕੱਟੀ ਮਹਿੰਡੀ ਜੇਵੜੀ। ਇੱਥੇ ਫੇਰ ਦੱਦਾ ਅਤੇ ਯਈਏ ਨੂੰ ਆਈਆਂ ਨੇ ਦੁਲਾਈਆਂ। ਦਈਐ, ਮੈਂ ਜੁਗ ਜੁਗ ਦਈਐ ਸੇਵੜੀ।
हे ਦਈਆ ਤੋਂ ਭਾਵ ਹੁੰਦਾ ਇੱਥੇ ਵੀ ਪ੍ਰੇਰਕ ਹੀ ਹੈ ਇਹਦਾ ਵਾਚਕ। हे ਪ੍ਰੇਰਕ ਪ੍ਰਮਾਤਮਾ, ਜੁਗਾਂ ਜੁਗਾਂ ਵਿੱਚ ਮੈਨੂੰ ਗੁਰ ਸੇਵਾ ਕਰਨੀ ਦੇ ਦਿਓ। ਮੈਂ ਜੁਗ ਜੁਗ ਦਈਆ ਸੇਵੜੀ, ਸੇਵਾ ਕਰਨੀ ਦੇ ਦਿਓ ਜੁਗਾਂ ਜੁਗਾਂ 'ਚ। ਗੁਰ ਕੱਟੀ ਮਹਿੰਡੀ ਜੇਵੜੀ, ਕਿਉਂਕਿ ਗੁਰਾਂ ਨੇ ਮਹਿੰਡੀ ਮੇਰੀ ਜਿਹੜੀ ਵਾਸ਼ਨਾ ਰੂਪੀ ਜੇਵੜੀ ਰੱਸੀ ਸੀ ਅਥਵਾ ਜਮਾਂ ਦੀ ਜੇਵੜੀ ਜਿਹੜੀ ਫਾਹੀ ਸੀ ਉਹ ਕੱਟ ਦਿੱਤੀ। ਤ੍ਰਿਸ਼ਨਾ ਰੂਪੀ ਜੇਵੜੀ ਕੱਟ ਦਿੱਤੀ। ਜੇਵੜਾ ਤਾਂ ਜੇਵੜੀ, ਜੇਵੜਾ ਹੁੰਦਾ ਰੱਸਾ ਤੇ ਜੇਵੜੀ ਹੁੰਦੀ ਰੱਸੀ, ਸਿਲਕ ਦੀ ਰੱਸੀ ਜਿਹੜੀ ਟੁੱਟੇ ਹੀ ਨਾ, ਮਾਇਆ ਦੀ ਰੱਸੀ ਕੱਟ ਦਿੱਤੀ ਹੁਣ ਗੁਰਾਂ ਨੇ ਕਿਰਪਾ ਕਰਕੇ। ਹਉ ਬਾਹੜ ਛਿੰਝ ਨਾ ਨੱਚਉ, ਹਉ ਤੋਂ ਭਾਵ ਮੈਂ ਇਸ ਸੰਸਾਰ ਰੂਪੀ ਛਿੰਝ ਮੱਲ ਖਾੜੇ 'ਚ ਹੁਣ ਦੁਬਾਰਾ ਨਹੀਂ ਨੱਚਾਂਗਾ, ਮੁੜ ਕੇ ਜਨਮ ਹੀ ਨਹੀਂ ਲੈਣਾ, ਸੱਚਖੰਡ ਵਿੱਚ ਸਦੀਵੀ ਨਿਵਾਸ ਮਿਲ ਜਾਣਾ। ਕਿਉਂਕਿ ਨਾਨਕ ਅਵਸਰ ਲੱਦਾ ਭਾਲ ਜੀਓ, ਮਹਾਰਾਜ ਕਥਨ ਕਰਦੇ ਮਨੁੱਖਾ ਦੇਹ ਰੂਪੀ ਅਵਸਰ ਜਿਹੜਾ ਸਮੇਂ ਵਿੱਚ ਮੈਂ ਵਾਹਿਗੁਰੂ ਜੀ ਨੂੰ ਢੂੰਡ ਲਿਆ ਹੈ, ਲੱਭ ਲਿਆ ਹੈ। ਇਹ ਸਤਸੰਗ ਰੂਪ ਸਮੇਂ ਨੂੰ ਮੈਂ ਜੀਵ ਨੇ ਢੂੰਡ ਲਿਆ, ਲੱਭ ਲਿਆ, ਇਹਦੇ ਵਿੱਚੋਂ ਮੈਨੂੰ ਨਾਮ ਮਿਲ ਗਿਆ, ਦਰਸ਼ਨ ਹੋ ਗਏ ਨੇ, ਪ੍ਰਕਾਸ਼ ਹੋ ਗਿਆ। ਫੇਰ ਕਿਉਂ ਆਵਾਂਗਾ ਹੁਣ ਜਦੋਂ ਹਿਰਦੇ 'ਚ ਪ੍ਰਕਾਸ਼ ਹੋ ਗਿਆ। ਜਿਹਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ, ਦੁਬਾਰਾ ਨਹੀਂ ਆਉਂਦਾ ਸੰਸਾਰ ਅੰਦਰ, ਫੇਰ ਨਹੀਂ ਜੰਮਦਾ ਮਰਦਾ।